ਜਿਹੜੀ ਤਿਆਰੀ ਹੈ ਇੱਥੇ ਅਸੀਂ ਦੇਖਦੇ ਪਏ ਹਾਂ ਕਿ ਇਸ ਸਮੇਂ ਦੇ ਵਿੱਚ ਆ ਕੇ ਸੁਲੇਮਾਨ ਦੀ ਤਿਆਰੀ ਹੋਣੀ ਸ਼ੁਰੂ ਹੋ ਗਈ ਹੈ। ਮਾਂ ਨੇ ਆਪਣੇ ਬੇਟੇ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬਾਪ ਜਿੱਥੇ ਜਿੱਥੇ ਵੀ ਉਸਨੂੰ ਵਕਤ ਮਿਲਦਾ ਉਹ ਵੀ ਆਪਣੇ ਬੇਟੇ ਦੀ ਤਿਆਰੀ ਕਰਦਾ ਪਿਆ, ਔਰ ਪ੍ਰਭੂ ਦਾ ਇਸ ਦੇ ਲਈ ਬਹੁਤ ਸ਼ੁਕਰ ਕਰਦੇ ਹਾਂ। ਸੋ ਆਓ ਆਪਣੇ 22ਵੇਂ ਚੈਪਟਰ ਦੇ ਵਿੱਚ ਚੱਲੀਏ, ਜਿੱਥੋਂ ਅਸੀਂ ਸ਼ੁਰੂ ਕਰਾਂਗੇ। ਸੋ 22ਵੇਂ ਚੈਪਟਰ ਦੀਆਂ ਪਹਿਲੀਆਂ 4 ਆਇਤਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਇੱਥੇ ਇਸ ਨੂੰ ਕਿਹਾ ਜਾਂਦਾ ਗਲੋਰੀਫਿਕੇਸ਼ਨ, ਕਿ ਉਸਨੇ ਮਹਿਮਾ, ਦਾਊਦ ਨੇ ਪ੍ਰਭੂ ਦੀ ਮਹਿਮਾ ਕੀਤੀ ਆ, ਔਰ ਉਸ ਮਹਿਮਾ ਦੇ ਵਿੱਚ ਉਸਨੇ ਇਹ ਚੀਜ਼ ਕਹੀ ਆ ਕਿ ਕਿਉਂਕਿ ਜਿੱਤਾਂ ਦੀ ਖੁਸ਼ੀ ਹੈ ਨਾ, ਉਸਨੂੰ ਪ੍ਰਭੂ ਨੇ ਆਲੇ ਦੁਆਲੇ ਦੇ ਸਭ ਦੇਸ਼ਾਂ ਦੇ ਉੱਤੇ ਬੇਸਿਕਲੀ ਜਿੱਤਾਂ ਦੇ ਦਿੱਤੀਆਂ ਹੈ। ਉਸਨੂੰ ਉਸਦਾ ਰਾਜ ਸਥਾਪਿਤ ਕਰ ਦਿੱਤਾ, ਉਸਦੇ ਰਾਜ ਦੇ ਵਿੱਚ ਸ਼ਾਂਤੀ ਆ ਚੁੱਕੀ ਆ। ਸੋ ਉਸਨੇ ਇਹ ਮਹਿਮਾ ਦਾ ਗੀਤ ਪ੍ਰਭੂ ਦੇ ਅੱਗੇ ਗਾਇਆ ਔਰ ਪ੍ਰਭੂ ਦੀ ਸ਼ੁਕਰਗੁਜ਼ਾਰੀ ਕੀਤੀ ਕਿ ਕਿਸ ਤਰ੍ਹਾਂ ਪ੍ਰਭੂ ਨੇ ਔਖਿਆਂ ਸਮਿਆਂ ਦੇ ਵਿੱਚੋਂ ਉਸਨੂੰ ਕੱਢਿਆ। ਪਹਿਲੀਆਂ 4 ਆਇਤਾਂ ਮਹਿਮਾ ਦੀਆਂ ਆਇਤਾਂ, ਪਹਿਲੀਆਂ 4 ਆਇਤਾਂ ਉਸਨੇ ਪ੍ਰਭੂ ਨੂੰ ਸਮਰਪਿਤ ਕੀਤੀਆਂ। ਤੂੰ ਹੈ ਪ੍ਰਭੂ, ਤੂੰ ਮੇਰਾ ਬਾਲਾ ਔਰ ਮੈਂ ਤੈਨੂੰ ਪਿਆਰ ਕਰਦਾ। ਉਸ ਦੇ ਵਿੱਚ ਕਿਹਾ, ਤੂੰ ਮੇਰੀ ਚਟਾਨ, ਤੂੰ ਮੇਰਾ ਕਿਲਾ, ਤੂੰ ਮੇਰਾ ਮੁਕਤੀ ਦਾਤਾ, ਤੂੰ ਮੇਰਾ ਪਰਮੇਸ਼ਵਰ, ਤੂੰ ਮੇਰਾ ਮੁਕਤੀ ਦਾ ਚਿੰਨ੍ਹ, ਔਰ ਮੈਂ ਤੇਰੀ ਵਡਿਆਈ ਕਰਦਾ, ਤੂੰ ਮੈਨੂੰ ਮੇਰੇ ਵੈਰੀਆਂ ਤੋਂ ਬਚਾਇਆ। ਅਗਲੀਆਂ ਜਿਹੜੀਆਂ 3 ਆਇਤਾਂ ਉਸ ਦੇ ਵਿੱਚ ਦੇਖਿਆ ਸੀ ਕਿ ਦਾਊਦ ਦੀਆਂ ਯਾਦਾਂ ਹੈ ਕਿ ਕਿਸ ਤਰ੍ਹਾਂ ਮੈਂ ਬੁਰਾਈ ਦੇ ਵਿੱਚ ਫਸ ਚੁੱਕਾ ਸੀ, ਕਿਸ ਤਰ੍ਹਾਂ ਮੈਨੂੰ 4 ਚਫੇਰਿਓਂ ਘੇਰਾ ਪੈ ਚੁੱਕਾ ਸੀ, ਔਰ ਮੈਂ ਦੁਆ ਕੀਤੀ। ਔਰ ਜਿਸ ਵੇਲੇ ਦਾਊਦ ਨੇ ਦੁਆ ਕੀਤੀ ਤਾਂ ਪ੍ਰਭੂ ਦਾ ਪਹਿਲਾ ਐਕਸ਼ਨ ਉਹ ਸੁਣਿਆ, ਉਸਨੇ ਦੁਆ ਨੂੰ ਸੁਣਿਆ ਔਰ ਉੱਠਿਆ, ਔਰ ਉਹ ਗੁੱਸੇ ਦੇ ਨਾਲ ਭਰ ਗਿਆ, ਔਰ ਉਸਦੀ ਸਾਹ ਦੇ ਵਿੱਚੋਂ ਧੂਆਂ ਸੀ, ਮਗ ਦੇ ਅੰਗਾਰਿਆਂ ਵਾਲਾ ਉਹਦਾ ਜਿਹੜਾ ਗੁੱਸਾ ਸੀ, ਔਰ ਉਹ ਉੱਠ ਕੇ ਅਸੀਂ ਦੇਖਦੇ ਹਾਂ ਕਿ ਉਕਾਬਾਂ ਦੀ ਤਰ੍ਹਾਂ ਉਹ ਦਾਊਦ ਦੇ ਕੋਲ ਪਹੁੰਚ ਗਿਆ। ਉਸਨੇ ਅਗਲਾ ਅਸੀਂ ਐਕਸ਼ਨ 2 ਦੇਖਦੇ ਹਾਂ ਕਿ ਦੁਸ਼ਮਣ ਦੇ ਨਾਲ ਉਸਨੇ ਕੀ ਕੀਤਾ। ਉਸਨੇ ਅਗਨੀ ਬਾਣ ਛੱਡੇ ਔਰ ਉਸਨੇ ਦੁਸ਼ਮਣ ਨੂੰ ਖਿਲਾਰ ਦਿੱਤਾ, ਉਹਨਾਂ ਨੂੰ ਭਸਮ ਕਰ ਦਿੱਤਾ, ਔਰ ਫਿਰ ਉਹਨਾਂ ਨੂੰ ਉੱਪਰੋਂ ਫੜ ਕੇ ਡੂੰਘਿਆਂ, ਪਰ ਉਸਨੇ ਕਿਹਾ, ਦਾਊਦ ਨੇ ਕਿਹਾ ਕਿ ਉਸਨੇ ਮੈਨੂੰ ਉੱਪਰੋਂ ਹੱਥ ਵਧਾ ਕੇ, ਜਿਸ ਲਈ ਅਸੀਂ 17ਵੀਂ ਆਇਤ ਦੇਖਦੇ ਹਾਂ, ਉਸਨੇ ਉੱਪਰੋਂ ਹੱਥ ਵਧਾ ਕੇ ਮੈਨੂੰ ਫੜ ਲਿਆ ਔਰ ਬਹੁਤ ਸਾਰੇ ਡੂੰਘੇ ਪਾਣੀਆਂ ਦੇ ਵਿੱਚੋਂ ਮੈਨੂੰ ਬਾਹਰ ਕੱਢ ਲਿਆ। So that's the result. ਮੈਂ ਉਸਨੂੰ ਪੁਕਾਰਿਆ, ਉਸਨੇ ਮੇਰੀ ਆਵਾਜ਼ ਸੁਣੀ, ਉਹ ਪੂਰੇ ਗੁੱਸੇ ਦੇ ਨਾਲ ਧਰਤੀ ਔਰ ਆਕਾਸ਼ ਦਾ ਮਾਲਕ, ਇਹ ਜਿਸ ਦੇ ਵਿੱਚ ਇਹ ਏਦਾਂ ਦੀਆਂ ਕਈ ਧਰਤੀਆਂ ਸਮਾਈਆਂ ਹੈ, ਔਰ ਇਹ ਸਾਰੇ ਬ੍ਰਹਿਮੰਡਲ ਦੇ ਵਿੱਚ ਅਗਰ ਅਸੀਂ ਦੇਖਣਾ ਹੋਵੇ ਤਾਂ ਅਸੀਂ ਸਾਰੀ ਧਰਤੀ ਸਰੋਂ ਦੇ ਦਾਣੇ ਜਿੰਨੀ, ਔਰ ਉਸਦੇ ਉੱਤੇ ਅਸੀਂ ਵਸਦੇ ਤਾਂ ਅਸੀਂ ਕੀ ਹੋਵਾਂ। ਪਰ ਉਹ ਕਹਿੰਦਾ ਮੈਂ ਤੈਨੂੰ ਪਿਆਰ ਕਰਦਾ, ਮੈਂ ਆਪਣੇ ਪ੍ਰਭੂ ਨੂੰ ਪਿਆਰ ਕਰਦਾ। ਸੋ ਉਹ ਬ੍ਰਹਿਮੰਡ ਦਾ ਮਾਲਕ ਉੱਠਿਆ ਔਰ ਉਸਨੇ ਆਪਣੇ ਬੰਦੇ ਨੂੰ ਫੜ ਕੇ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਬਾਹਰ ਕੱਢ ਲਿਆ। ਹੁਣ ਅਸੀਂ ਦੇਖਾਂਗੇ 18 ਆਇਤ ਤੋਂ ਲੈ ਕੇ, ਅਸੀਂ ਪਹਿਲਾਂ 17 ਪੜ੍ਹੀਆਂ ਸੀ, ਹੁਣ ਅਸੀਂ 18 ਤੋਂ ਲੈ ਕੇ ਇਸ ਨੂੰ 18 ਤੋਂ ਲੈ ਕੇ ਅਸੀਂ 31 ਤੱਕ ਪਹਿਲਾਂ ਦੇਖਾਂਗੇ, ਕਿਉਂਕਿ ਫਿਰ ਅਗਲੀਆਂ ਹਿੱਸੇ ਉਹ ਸਾਰੇ ਰਲਦੇ ਆ। 18 ਤੋਂ 31 ਮੈਂ ਪੜ੍ਹ ਦੇਣਾ ਪਾਸਟਰ ਜੀ। ਠੀਕ ਹੈ ਮੇਰਾ ਵੀਰ। ਸਾਰਿਆਂ ਨੂੰ ਜੈ ਮਸੀਹ ਦੀ। ਜੈ। ਹਾਂਜੀ। ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਵੈਰੀਆਂ ਕੋਲੋਂ ਛੁਟਕਾਰਾ ਦਿੱਤਾ, ਉਸਨੇ ਮੈਨੂੰ ਮੇਰੇ ਘਿਰਣਾ ਕਰਨ ਵਾਲਿਆਂ ਕੋਲੋਂ ਛੁਡਾਇਆ, ਕਿਉਂਕਿ ਉਹ ਮੇਰੇ ਤੋਂ ਅਧਿਕ ਸ਼ਕਤੀਸ਼ਾਲੀ ਸਨ। ਉਹਨਾਂ
ਦੁੱਖ ਦੇ ਸਮੇਂ ਮੇਰੇ ਤੇ ਹਮਲਾ ਕੀਤਾ, ਪਰ ਮੇਰਾ ਬਚਾਅ ਪ੍ਰਭੂ ਸੀ। ਪ੍ਰਭੂ ਮੈਨੂੰ ਖੁੱਲੀ ਸੁਰੱਖਿਅਤ ਥਾਂ ਤੇ ਲੈ ਆਇਆ। ਉਸਨੇ ਮੈਨੂੰ ਛੁਟਕਾਰਾ ਦਿੱਤਾ ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ। ਪ੍ਰਭੂ ਨੇ ਮੇਰੀ ਸਚਾਈ ਦੇ ਅਨੁਸਾਰ ਮੈਨੂੰ ਫਲ ਦਿੱਤਾ। ਮੇਰੀ ਸ਼ੁੱਧਤਾ ਦੇ ਅਨੁਸਾਰ ਉਸਨੇ ਮੈਨੂੰ ਬਦਲਾ ਦਿੱਤਾ। ਮੈਂ ਪ੍ਰਭੂ ਦੇ ਰਾਹਾਂ ਤੇ ਚੱਲਿਆ ਹਾਂ। ਮੈਂ ਆਪਣੀ ਦੁਸ਼ਟਤਾ ਦੇ ਕਾਰਨ ਆਪਣੇ ਪਰਮੇਸ਼ਰ ਤੋਂ ਦੂਰ ਨਾ ਹੋਇਆ। ਉਸਦੇ ਸਭ ਨਿਯਮ ਮੇਰੇ ਸਾਹਮਣੇ ਸਨ। ਮੈਂ ਉਸ ਦੀ ਕਿਸੇ ਵਿਧੀ ਵਿਧਾਨ ਵੱਲੋਂ ਮੂੰਹ ਨਾ ਮੋੜਿਆ। ਮੈਂ ਉਸਦੇ ਸਾਹਮਣੇ ਨਿਰਦੋਸ਼ ਰਿਹਾ। ਮੈਂ ਆਪਣੇ ਆਪ ਨੂੰ ਅਪਰਾਧਾਂ ਤੋਂ ਬਚਾਈ ਰੱਖਿਆ। ਇਸ ਲਈ ਪ੍ਰਭੂ ਨੇ ਮੇਰੀ ਸਚਾਈ ਦੇ ਅਨੁਸਾਰ, ਉਸਨੇ ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ। हे ਪ੍ਰਭੂ, ਦਇਆਵਾਨ ਮਨੁੱਖ ਦੇ ਨਾਲ ਤੂੰ ਵੀ ਦਇਆਵਾਨ ਹੈ ਅਤੇ ਸਿੱਧੇ ਮਨੁੱਖ ਦੇ ਨਾਲ ਤੂੰ ਵੀ ਸਿੱਧਾ ਹੈ। ਸ਼ੁੱਧ ਮਨੁੱਖ ਦੇ ਨਾਲ ਤੂੰ ਵੀ ਸ਼ੁੱਧਤਾ ਨਾਲ ਪੇਸ਼ ਆਉਂਦਾ ਹੈ, ਪਰ ਉਲਟੇ ਦੇ ਨਾਲ ਤੂੰ ਵੀ ਉਲਟਾ ਹੈ। ਦੀਨਾਂ ਨੂੰ ਤੂੰ ਬਚਾਉਂਦਾ ਹੈ, ਪਰ ਹੰਕਾਰੀਆਂ ਦਾ ਤੂੰ ਸਿਰ ਨੀਵਾਂ ਕਰਦਾ ਹੈ। ਪ੍ਰਭੂ ਮੇਰਾ ਪਰਮੇਸ਼ਰ ਮੇਰੇ ਦੀਵੇ ਨੂੰ ਬਾਲਦਾ ਹੈ। ਤੂੰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ। ਮੈਂ ਤੇਰੇ ਸਹਾਰੇ ਪੂਰੀ ਫੌਜ ਨੂੰ ਹਾਰ ਦੇ ਸਕਦਾ ਹਾਂ। ਮੈਂ ਆਪਣੇ ਪਰਮੇਸ਼ਰ ਦੀ ਮਦਦ ਨਾਲ ਉਚਾਈ ਪਾਰ ਕਰ ਸਕਦਾ ਹਾਂ। ਪਰਮੇਸ਼ਰ ਦੇ ਰਾਹ ਪੂਰਨ ਹਨ। ਉਸ ਦਾ ਸ਼ਬਦ ਭਰੋਸੇਯੋਗ ਹੈ। ਉਹ ਉਹਨਾਂ ਦੀ ਢਾਲ ਹੈ ਜੋ ਉਸ ਦੀ ਸ਼ਰਨ ਆਉਂਦੇ ਹਨ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਆਮੇਨ, ਆਮੇਨ। ਸੋ ਹੁਣ ਅਸੀਂ ਬੇਸਿਕਲੀ ਇਹ ਜਿਹੜਾ ਹਿੱਸਾ ਦੇਖਿਆ, ਇਹ ਪਹਿਲੀਆਂ 4 ਆਇਤਾਂ ਦੇ ਨਾਲ ਰਲਦਾ। ਜਿਹੜੀਆਂ ਅਸੀਂ ਪਹਿਲੀਆਂ 4 ਆਇਤਾਂ ਦੇਖੀਆਂ ਸੀ ਨਾ, ਜਿਸ ਲਈ ਉਸਨੇ ਕਿਹਾ ਕਿ ਪ੍ਰਭੂ ਮੇਰੀ ਢਾਲ ਆ, ਮੇਰੀ ਚਟਾਨ ਆ, ਮੇਰੀ ਮੁਕਤੀ ਆ, ਔਰ ਜਿਸ ਲਈ ਉਹ ਸ਼ਬਦ ਮੇਰਾ ਸ਼ਬਦ, ਮੇਰਾ ਸ਼ਬਦ ਉਹ ਵਰਤਦਾ ਪਿਆ ਉੱਥੇ ਕਿ ਉਹ ਮੇਰੀ ਮੁਕਤੀ ਆ, ਉਹ ਮੇਰਾ ਸਭ ਕੁਛ ਆ। ਉਸ ਨੂੰ ਲੈ ਕੇ ਉਸਨੇ ਹੁਣ ਸਾਨੂੰ ਸਾਡੇ ਲਈ ਇਸ ਹਿੱਸੇ ਨੂੰ ਥੋੜਾ ਜਿਹਾ ਖੋਲਿਆ ਕਿ ਸਭ ਤੋਂ ਪਹਿਲਾਂ ਤਾਂ ਬੇਸਿਕਲੀ ਜਿਹੜਾ ਹੈਗਾ ਆ 17ਵੀਂ ਆਇਤ ਤੋਂ ਜਿੱਥੋਂ ਚੱਲਦਾ ਪਿਆ ਸੀ ਉਸ ਨੂੰ ਦੇਖਦੇ ਪਏ ਆ ਕਿ 17ਵੀਂ ਆਇਤ ਤੋਂ ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਵੈਰੀਆਂ ਤੋਂ ਛੁਟਕਾਰਾ ਦਿੱਤਾ। ਉਸਨੇ ਮੈਨੂੰ ਫੜ ਕੇ ਕੱਢ ਲਿਆ। 17ਵੀਂ ਆਇਤ ਕਹਿੰਦੀ ਆ ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਵੈਰੀਆਂ ਤੋਂ ਛੁਟਕਾਰਾ ਦਿੱਤਾ, ਮੇਰੇ ਘਿਰਣਾ ਕਰਨ ਵਾਲਿਆਂ ਤੋਂ ਮੈਨੂੰ ਛੁਟਕਾਰਾ ਦਿੱਤਾ। ਫਿਰ ਉਹ ਕਹਿ ਰਿਹਾ ਉਹਨਾਂ ਨੇ ਦੁੱਖ ਦੇ ਸਮੇਂ ਮੇਰੇ ਤੇ ਹਮਲਾ ਕੀਤਾ। ਐਂਡ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਵੈਰੀ ਦਾ ਹਮਲਾ ਕਰਨ ਦਾ ਸਮਾਂ ਕਿਹੜਾ ਚੁਣਦਾ, ਜਿਸ ਲਈ ਬੰਦਾ ਦੁੱਖ ਦੇ ਵਿੱਚ ਹੁੰਦਾ। ਅਸੀਂ ਦੇਖਿਆ ਅਯੂਬ ਜਿਸ ਲਈ ਦੁੱਖ ਦੇ ਵਿੱਚ ਤਾਂ ਉਹਦੇ ਮਿੱਤਰ ਹੀ ਦੱਸਦੇ ਪਏ ਆ ਕਿ ਤੂੰ ਆਪਣੇ ਆਪ ਨੂੰ ਭਲਾ ਕਿਉਂ ਕਹਿਣਾ ਪਿਆ, ਤੂੰ ਕਿਉਂ ਕਹਿਣਾ ਪਿਆ ਕਿ ਮੈਂ ਕੋਈ ਬੁਰਾਈ ਨਹੀਂ ਕੀਤੀ। ਕੀ ਪ੍ਰਭੂ ਭਲੇ ਬੰਦੇ ਨੂੰ ਇਹ ਸਜ਼ਾ ਦੇ ਸਕਦਾ ਜਿਹੜੀ ਤੈਨੂੰ ਮਿਲੀ? ਦੁੱਖ ਦੇ ਸਮੇਂ ਉਹਦੇ ਤੀਰ ਮਾਰਦੇ ਪਏ, ਜਦ ਕਿ ਉਸਨੂੰ ਪਤਾ ਕਿ ਮੈਂ ਕੋਈ ਬੁਰਾਈ ਨਹੀਂ ਕੀਤੀ। ਉਹ ਜਿਸ ਲਈ ਆਪਣਾ ਸਾਰਾ ਲੇਖਾ ਦੇਖਦਾ, ਆਪਣੀਆਂ ਚੁਣਦਾ, ਗਰੀਬ ਦਾ ਉਸਨੇ ਪੈਸਾ ਨਹੀਂ ਮਾਰਿਆ, ਕਿਸੇ ਦੀ ਦਿਹਾੜੀ ਨਹੀਂ ਮਾਰੀ, ਕਿਸੇ ਨੂੰ ਦੁੱਖ ਨਹੀਂ ਦਿੱਤਾ, ਪ੍ਰਭੂ ਨੂੰ ਵੀ ਦੁੱਖ ਨਹੀਂ ਦਿੱਤਾ। ਆਪਣੇ ਬੱਚਿਆਂ ਤੇ ਉਹਨੂੰ ਵਿਸ਼ਵਾਸ ਨਹੀਂ ਕਿ ਜਦ ਇਹ ਇਕੱਠੇ ਹੁੰਦੇ ਆ ਕੋਈ ਬੁਰਾਈ ਕਰਦੇ, ਉਹ ਸਵੇਰ ਨੂੰ ਉੱਠ ਕੇ ਉਹਨਾਂ ਦੇ ਲਈ ਬਲੀ ਦਿੰਦਾ। ਪ੍ਰਭੂ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਕੀਤਾ, ਪਰ ਤੂੰ ਕਿਰਪਾ ਕਰੀ, ਤੂੰ ਕਿਰਪਾ ਕਰੀ, ਦਇਆ ਕਰੀ ਇਹਨਾਂ ਤੇ। ਸੋ ਕਹਿੰਦਾ ਮੈਨੂੰ ਨਹੀਂ ਪਤਾ, ਮੈਨੂੰ ਪਰ ਤੁਸੀਂ ਤਾਂ ਨਾ ਏਦਾਂ ਕਹੋ ਨਾ, ਤੁਸੀਂ ਤਾਂ ਮੇਰਾ ਜੀਵਨ ਦੇਖਿਆ ਹੈ ਨਾ। ਸੋ ਦਾਊਦ ਇਹ ਨਹੀਂ ਕਹਿ ਰਿਹਾ ਕਿ ਮੇਰੇ ਹੱਥ ਬਿਲਕੁਲ ਸਾਫ਼ ਆ, ਮੇਰਾ ਮਨ ਬਿਲਕੁਲ ਸਾਫ਼ ਆ। ਜਿਹੜੀ ਮੇਨ ਚੀਜ਼ ਹੈ ਇਸ ਆਇਤ ਜਿਹੜੀ ਇਸ ਦੇ ਵਿੱਚ ਆਉਂਦੀ ਆ, ਔਰ ਅਗਰ ਤੁਸੀਂ ਇਹਨੂੰ ਨਿਸ਼ਾਨ, ਇਸ ਦੇ ਉੱਤੇ ਨਿਸ਼ਾਨ ਲਾਉਣਾ ਚਾਹੁੰਦੇ ਆ, ਉਹ ਹੈ ਜਿਸ ਵੇਲੇ ਅਸੀਂ 22ਵੀਂ ਔਰ 23ਵੀਂ ਆਇਤ, ਇਹ ਮੋਸਟ ਇੰਪੋਰਟੈਂਟ ਵਰਡਸ ਆ ਇਸ ਦੇ ਵਿੱਚ। ਔਰ ਉਸ ਨੂੰ ਕਹਿ ਰਿਹਾ ਕਿ ਪ੍ਰਭੂ ਮੈਂ ਤੇਰੇ ਰਾਹਾਂ ਤੇ ਚੱਲਿਆ ਹਾਂ, ਮੈਂ ਆਪਣੀ ਦੁਸ਼ਟਤਾ ਦੇ ਕਾਰਨ
ਆਪਣੇ ਪਰਮੇਸ਼ਵਰ ਤੋਂ ਦੂਰ ਨਾ ਹੋਇਆ। ਮੈਂ ਜਿਸ ਵੇਲੇ ਬਤਸ਼ੀਬਾ ਦੇ ਨਾਲ ਪਾਪ ਦੇ ਵਿੱਚ ਸੀ ਤੇ ਮੈਂ ਤੈਨੂੰ ਚੁਣਿਆ। ਮੈਂ ਉਸ ਵੇਲੇ ਨਬੀ ਨਥਾਨ ਮੇਰੇ ਮੋਰੇ ਖੜਾ ਸੀ, ਮੈਂ ਉਸ ਨੂੰ ਨਹੀਂ ਚੁਣਿਆ। ਮੈਂ ਪ੍ਰੋਤਾਂ ਨੂੰ ਨਹੀਂ ਚੁਣਿਆ, ਮੈਂ ਬਲੀਆਂ ਨੂੰ ਨਹੀਂ ਚੁਣਿਆ, ਮੈਂ ਤੈਨੂੰ ਚੁਣਿਆ। ਮੈਂ ਤੇਰੇ ਪੈਰਾਂ 'ਚ ਡਿੱਗ ਗਿਆ। ਮੈਂ ਆਪਣੀ ਦੁਸ਼ਟਤਾ ਦੇ ਵਿੱਚ ਵੀ ਤੈਨੂੰ ਨਹੀਂ ਛੱਡਿਆ। ਔਰ ਕਿਉਂਕਿ ਸਿਰਫ ਪ੍ਰਭੂ ਦੇ ਅੱਗੇ ਜਿਹੜੇ ਹੱਥ ਉੱਠੇ ਹੋ ਆ ਉਹੀ ਸ਼ੁੱਧ ਆ, ਉਹੀ ਸ਼ੁੱਧ ਆ। ਕਿਉਂ? ਕਿਉਂਕਿ ਅਸੀਂ ਸਰਾਫੀ ਹੋਈ ਧਰਤੀ ਤੇ ਰਹਿੰਦੇ ਹਾਂ, ਸਰਾਫੀਆਂ ਹੋਈਆਂ ਚੀਜ਼ਾਂ ਦੇ ਨਾਲ ਕੰਮ ਕਰਦੇ ਹਾਂ, ਔਰ ਉਹਨਾਂ ਦੇ ਵਿੱਚ ਕੋਈ ਸ਼ੁੱਧਤਾ ਨਹੀਂ। ਜਿਵੇਂ ਕਿਸੇ ਨੂੰ ਕੁਇੰਟਲ ਆਟਾ ਦੇ ਵੀ ਦਿੱਤਾ ਨਾ, ਤੇ ਉਹ ਸਰਾਫੀ ਹੋਈ ਧਰਤੀ ਦੇ ਉੱਤੇ ਪੈਦਾ ਹੋਇਆ। ਮੈਨੂੰ ਮਦਦ ਕਰਨ ਦੇ ਲਈ ਕਿਹਾ ਗਿਆ, ਯਸ ਮੈਨੂੰ ਮਦਦ ਕਰਨ ਦੇ ਲਈ ਕਿਹਾ ਗਿਆ, ਲੇਕਿਨ ਉਹ ਮੇਰੀ ਧਾਰਮਿਕਤਾ ਨਹੀਂ ਉਸ ਚੀਜ਼ ਨੂੰ ਦਿਖਾਉਂਦੀ ਪਈ। ਉਹ ਮੈਨੂੰ ਹੁਕਮ ਆ, ਉਹ ਮੈਂ ਆਪਣਾ ਹੁਕਮ ਪੂਰਾ ਕਰਦਾ, ਮੈਂ ਆਪਣੇ ਤੇਰੇ ਹੁਕਮ ਪੂਰੇ ਕਰਦਾ ਪਿਆ। ਪਰ ਮੇਰੇ ਹੱਥ ਕਿਉਂ ਸ਼ੁੱਧ ਆ? ਕਿ ਦੁਸ਼ਟਤਾ ਦੇ ਵਿੱਚ ਵੀ ਮੇਰੇ ਹੱਥ ਤੇਰੇ ਮੋਹਰੇ ਉੱਠਿਓ। ਬਸ ਜਿਹੜੇ ਹੱਥ ਉਹਦੇ ਮੋਹਰੇ ਉੱਠਿਓ ਉਹੀ ਸ਼ੁੱਧ, ਉਹੀ ਸ਼ੁੱਧ। ਮੇਰਾ ਦੁਸ਼ਟਤਾ ਦੇ ਵਿੱਚ ਵੀ ਮੇਰਾ ਮਨ ਜਿਹੜਾ ਤੇਰੇ ਵੱਲ ਨੂੰ ਲੱਗਾ ਆ, ਔਰ ਮੈਂ ਆਪਣਾ ਪਾਪ ਨੂੰ ਮੰਨਦਾ ਪਿਆ। ਦੁਸ਼ਟਤਾ ਦੇ ਵਿੱਚ ਵੀ ਮੇਰਾ ਦਿਲ ਜਿਹੜਾ ਉਹ ਸਿਰਫ ਤੈਨੂੰ ਚਾਹੁੰਦਾ ਪਿਆ। ਮੈਂ ਸਜ਼ਾ ਵੀ ਚਾਹੁੰਦਾ ਤਾਂ ਮੈਂ ਤੇਰੇ ਤੋਂ ਚਾਹੁੰਦਾ ਕਿ ਤੂੰ ਸਜ਼ਾ ਦੇ। ਮੈਨੂੰ ਕੋਈ ਪਰਵਾਹ ਨਹੀਂ ਲੋਕ ਮੇਰੇ ਨੂੰ ਕੀ ਕਹਿੰਦੇ, ਇਸ ਤਰ੍ਹਾਂ ਚੀਜ਼ਾਂ ਦੀ ਮੈਨੂੰ ਕੋਈ ਪਰਵਾਹ ਨਹੀਂ। ਮੈਨੂੰ ਤੇਰੀ ਹਰ ਉਸ ਗੱਲ ਦੀ ਪਰਵਾਹ ਜੋ ਤੇਰੇ ਵੱਲੋਂ ਹੁੰਦੀ। ਸੋ ਇਸ ਵਚਨ ਦੇ ਵਿੱਚ ਸਾਨੂੰ ਉਹ ਦੱਸਦਾ ਪਿਆ। ਹੁਣ ਆਪਣੀ ਉਹ ਸਾਰਾ ਜਿਹੜਾ ਹੈਗਾ 26ਵੀਂ ਆਇਤ ਤੋਂ ਉਸ ਦੀਆਂ ਸਾਰੀਆਂ ਚੀਜ਼ਾਂ ਆ ਜਾਂਦੀਆਂ। 26ਵੀਂ ਆਇਤ, ਹੇ ਪ੍ਰਭੂ ਦਇਆਵਾਨ ਮਨੁੱਖ ਦੇ ਨਾਲ ਤੂੰ ਵੀ ਦਇਆਵਾਨ ਹੈ, ਸਿੱਧੇ ਮਨੁੱਖ ਦੇ ਨਾਲ ਤੂੰ ਵੀ ਸਿੱਧਾ ਹੈ, ਸ਼ੁੱਧ ਮਨੁੱਖ ਦੇ ਨਾਲ ਤੂੰ ਵੀ ਸ਼ੁੱਧਤਾ ਦੇ ਨਾਲ ਪੇਸ਼ ਆਉਂਦਾ ਹੈ, ਪਰ ਉਲਟੇ ਦੇ ਨਾਲ ਤੂੰ ਵੀ ਉਲਟਾ ਹੈ। ਔਰ ਅਸੀਂ ਗੁੱਡ ਐਗਜ਼ਾਮਪਲ ਦੇ ਸਕਦੇ ਹਾਂ। ਪਹਿਲਾ ਰਾਜਾ ਸਾਊਲ, ਉਹ ਉਲਟੇ ਕੰਮ ਕਰਕੇ ਪ੍ਰਭੂ ਨੂੰ ਖੁਸ਼ ਕਰਨਾ ਮੰਗਦਾ। ਪ੍ਰਭੂ ਨੇ ਉਸ ਨੂੰ ਘੱਲਿਆ ਕਿ ਜਾ ਕੇ ਅਮਾਲੇਕੀ ਲੋਕਾਂ ਦਾ ਨਾਸ਼ ਕਰ ਦੇ, ਉਹਨਾਂ ਨੂੰ ਬਚਾ ਕੇ ਤੇ ਘਰ ਲਿਆ ਹੈ। ਅਮੋਰੀ ਲੋਕ ਜਿਨ੍ਹਾਂ ਨੇ ਸੰਧੀ ਕਰ ਲਈ ਸੀਗੀ ਤੇ ਯਾਸ਼ੂਆ ਨੇ ਉਹਨਾਂ ਨੂੰ ਮਾਰਿਆ ਨਹੀਂ ਸੀਗਾ, ਉਹਨਾਂ ਨੂੰ ਜਾ ਕੇ ਮਾਰ ਦਿੱਤਾ ਕਿ ਇਹਨਾਂ ਲੋਕਾਂ ਦੇ ਨਾਲ ਯਾਸ਼ੂਆ ਨੇ ਸੰਧੀ ਕੀਤੀ ਸੀਗੀ, ਸੋ ਯਾਸ਼ੂਆ ਦੀ ਇਹ ਗਲਤੀ ਸੀਗੀ, ਸੋ ਇਸ ਕਰਕੇ ਮੈਂ ਉਹਨਾਂ ਨੂੰ ਮਾਰੂੰਗਾ ਤੇ ਪ੍ਰਭੂ ਮੇਰੇ ਨਾਲ ਖੁਸ਼ ਹੋਊਗਾ ਮੇਰੇ ਤੇ। ਪਰ ਅਸੀਂ ਪਿੱਛੇ ਦੇਖਿਆ ਕਿ ਉਹਦੇ 7 ਪੁੱਤਰਾਂ ਨੂੰ ਮਰਨਾ ਪਿਆ ਇਸ ਦੇ ਕਰਕੇ। 7 ਨਰ ਉਸਦੇ ਘਰ ਦੇ ਮਾਰੇ ਗਏ। ਪ੍ਰਭੂ ਨੇ 7 ਨਰਾਂ ਨੂੰ ਸਜ਼ਾ ਦਿੱਤੀ ਕਿਉਂਕਿ ਉਸਨੇ ਅਮੋਰੀਆਂ ਦੇ ਉਸ ਕਬੀਲੇ ਦੇ ਬਹੁਤ ਸਾਰੇ ਲੋਕ ਮਾਰ ਦਿੱਤੇ ਜਿਨ੍ਹਾਂ ਨੇ ਆ ਕੇ ਵਿਚਾਰਿਆਂ ਨੇ ਸੰਧੀ ਕਰ ਲਈ ਸੀ। ਸੋ ਉਹਨਾਂ ਨੇ ਕਿਹਾ ਸੀ ਕਿ ਜੋ ਕੁਝ ਸਾਡਾ ਹੈਗਾ ਲੈ ਲਓ, ਸਾਨੂੰ ਮਾਰੋ ਨਾ, ਅਸੀਂ ਤੁਹਾਡੇ ਪਾਣੀ ਢੋਣ ਦੇ ਲਈ, ਤੁਹਾਡੇ ਜਾਨਵਰਾਂ ਦੇ ਸੰਭਾਲਣ ਦੇ ਲਈ ਅਸੀਂ ਕੰਮ ਕਰਾਂਗੇ। ਔਰ ਕਰਦੇ ਰਹੇ, ਉਹ ਕਰਦੇ ਰਹੇ, ਉਹ ਨੇਕ ਨੀਤੀ ਨਾਲ ਕਰਦੇ ਰਹੇ। ਪਰ ਸਾਊਲ ਨੇ ਸੋਚਿਆ ਕਿ ਪ੍ਰਭੂ ਇਹ ਤੋਂ ਖੁਸ਼ ਹੋਊਗਾ ਜੇ ਮੈਂ ਇਹਨਾਂ ਨੂੰ ਮਾਰੂੰਗਾ, ਕਿਉਂਕਿ ਇਹਨਾਂ ਨੇ ਝੂਠ ਬੋਲ ਕੇ ਸੰਧੀ ਕੀਤੀ ਸੀ ਕਿ ਅਸੀਂ ਪਰਦੇਸੀ ਲੋਕ। ਠੀਕ। ਸੋ ਉਲਟੇ ਦੇ ਨਾਲ ਤੂੰ ਵੀ ਉਲਟਾ ਹੈ, ਦੀਨਾਂ ਨੂੰ ਬਚਾਉਂਦਾ ਹੈ, ਹੰਕਾਰੀਆਂ ਦਾ ਸਿਰ ਨੀਵਾਂ ਕਰਦਾ ਹੈ। ਹੇ ਪ੍ਰਭੂ ਮੇਰਾ ਪਰਮੇਸ਼ਰ ਮੇਰੇ ਦੀਵੇ ਨੂੰ ਬਾਲਦਾ ਹੈ। ਵਾਓ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਮੈਂ ਜਗਤ ਦਾ ਚਾਨਣ, ਜੋ ਮੇਰੇ ਪਿੱਛੇ ਚੱਲਦਾ ਉਹ ਚਾਨਣ ਦੇ ਵਿੱਚ ਚੱਲਦਾ। ਉਹ ਮੇਰੇ ਦੀਵੇ ਨੂੰ ਬਾਲਦਾ ਹੈ। ਤੂੰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ। ਮੈਂ ਤੇਰੇ ਸਹਾਰੇ ਪੂਰੀ ਫੌਜ ਨੂੰ ਹਾਰ ਦੇ ਸਕਦਾ ਹਾਂ।
मैं अपने परमेश्वर की मदद के नाल उचाइयां पार कर सकता हाँ। परमेश्वर दे राह पूर्ण हैं, उसका शब्द भरोसे योग है। सो यकीन करो, उसका शब्द भरोसे योग है। वो उन्हां दी ढाल है जो उसकी शरण दे विच, जो उसनूं चुनते हैं। सो जिसलिए मैं कहा सी कि उसने ये सारा जिहड़ा हिस्सा पहलियां 4 आयतां दे लई दे विच चुनिया, और उसका जिहड़ा मेन चीज आ ओह ਇਹ ਜਿਹੜਾ ਆਪਾਂ ਦੇਖਦੇ 31ਵੀਂ ਆਇਤ ਦਾ ਜਿਹੜਾ B ਪਾर्ट ਆ, ਤੇ ਉਹ ਉਹਨਾਂ ਦੀ ਢਾਲ ਹੈ ਜੋ ਉਸ ਦੀ ਸ਼ਰਨ ਦੇ ਵਿੱਚ ਆਉਂਦੇ ਹਨ। ਔਰ ਉਹਨਾਂ ਦੀ ਢਾਲ ਕਿਸ ਤਰ੍ਹਾਂ, ਜਿਸ ਲਈ ਅਸੀਂ ਆਪਣੀਆਂ ਪਹਿਲੀਆਂ 4 ਆਇਤਾਂ ਦੇਖਦੇ ਹਾਂ। हे प्रभु मेरे बल, मैं तेनू प्यार करदा हां, तू मेरी प्रभु मेरी चट्टान है, ओ मेरा किला है, ओ मेरा मुक्तिदाता है, ओ मेरा परमेश्वर है, ओ मेरा मुक्ति दा चिन्ह है, ओ ही मेरा हर पास्यों बचाव है। ठीक, सो ये ਅਸੀਂ ਦੇਖਦੇ ਪਏ ਜੋ ਉਸ ਦੀ ਸ਼ਰਨ ਦੇ ਵਿੱਚ ਆਉਂਦੇ ਆ ਔਰ ਜੋ ਉਸ ਨੂੰ ਚੁਣਦੇ ਆ, ਉਹਨਾਂ ਦੇ ਲਈ ਇਸ ਤਰ੍ਹਾਂ ਦੀ ਢਾਲ ਪ੍ਰਭੂ ਪ੍ਰਬੰਧ ਕਰਦਾ। ਸੋ ਆਓ ਹੁਣ ਅਸੀਂ ਇਸ ਦੀ ਇਲੈਬੋਰੇਸ਼ਨ ਦੇਖਾਂਗੇ, ਇਸ ਨੂੰ ਅੱਗੇ ਵਧਦੇ ਦੇਖਾਂਗੇ। 32 ਆਇਤ ਤੋਂ ਲੈ ਕੇ 40 ਆਇਤ ਤੱਕ ਦੇਖਾਂਗੇ। मैं पढ़ती नहीं पास्टर जी। प्रभु ही केवल साडा परमेश्वर है, परमेश्वर ही केवल साडी चट्टान है, परमेश्वर ही मैनू शक्तिशाली बनाउंदा है, ओही मेरे राहां नू सिद्धियां करदा है, ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਾਲੀ ਤੇਜ਼ੀ ਦਿੰਦਾ ਹੈ, ਉਹ ਉਚਾਈਆਂ ਤੇ ਵੀ ਮੈਨੂੰ ਸੁਰੱਖਿਅਤ ਰੱਖਦਾ ਹੈ, ਉਹ ਮੇਰੇ ਹੱਥਾਂ ਨੂੰ ਯੁੱਧ ਕਲਾ ਸਿਖਾਉਂਦਾ ਹੈ ਕਿ ਮੇਰੇ ਬਾਜੂ ਭਾਰੀ ਤੀਰ ਕਮਾਨ ਖਿੱਚ ਸਕਣ। हे ਪ੍ਰਭੂ, ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੱਤੀ ਹੈ, ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਸਹਾਰਾ ਦਿੱਤਾ ਹੈ, ਤੇਰੀ ਮਦਦ ਦੇ ਕਾਰਨ ਹੀ ਮੈਂ ਮਹਾਨ ਹੋਇਆ ਹਾਂ। ਤੂੰ ਮੇਰੇ ਰਾਹਾਂ ਨੂੰ ਖੁੱਲਿਆ ਕੀਤਾ ਕਿ ਮੇਰੇ ਪੈਰ ਤਿਲਕ ਨਾ ਜਾਣ। ਮੈਂ ਆਪਣੇ ਵੈਰੀਆਂ ਦਾ ਉਹਨਾਂ ਦੇ ਫੜੇ ਜਾਣ ਤੱਕ ਪਿੱਛਾ ਕੀਤਾ, ਮੈਂ ਉਸ ਸਮੇਂ ਤੱਕ ਵਾਪਸ ਨਾ ਮੁੜਿਆ ਜਦੋਂ ਤੱਕ ਉਹ ਨਾਸ਼ ਨਾ ਹੋ ਗਏ। ਮੈਂ ਉਹਨਾਂ ਤੇ ਇਹੋ ਜਿਹਾ ਵਾਰ ਕੀਤਾ ਕਿ ਉਹ ਫਿਰ ਉੱਠ ਨਾ ਸਕੇ, ਉਹ ਮੇਰੇ ਪੈਰਾਂ ਉੱਤੇ ਢਹਿ ਪਏ। ਤੂੰ ਮੈਨੂੰ ਯੁੱਧ ਦੇ ਲਈ ਸ਼ਕਤੀ ਦਿੱਤੀ, ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਨੀਵਾਂ ਕੀਤਾ। ਆਮੀਨ। ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਨੀਵਾਂ ਕੀਤਾ। ਹੁਣ ਜਿਹੜਾ ਅਸੀਂ ਅਗਲਾ ਹਿੱਸਾ ਦੇਖਦੇ ਪਏ ਆ ਇਸੇ ਜ਼ਬੂਰ ਦਾ, ਜਿਸ ਲਈ ਅਸੀਂ 5 ਤੋਂ 7 ਆਇਤ ਤੱਕ ਦੇਖਦੇ ਪਏ ਆ, ਔਰ ਐਕਚੁਅਲੀ 5 ਤੋਂ ਅਸੀਂ 17 ਆਇਤ ਤੱਕ ਜਿਹੜੀ ਚੀਜ਼ ਦੇਖਦੇ ਪਏ ਆ ਉਸਨੂੰ ਉਸਨੇ ਖੋਲਿਆ, ਉਸਨੇ ਇਸ ਹਿੱਸੇ ਨੂੰ ਖੋਲਿਆ, ਜੋ ਕਿਉਂਕਿ ਉਸਦੇ ਵਿੱਚ ਉਸਨੇ ਕਿਹਾ ਸੀ ਕਿ ਮੌਤ ਮੇਰੇ ਤੱਕ ਆ ਪਹੁੰਚੀ ਸੀ, ਤਬਾਹੀ ਮੇਰੇ ਹਰ ਪਾਸੇ ਸੀ, ਮੈਂ ਮੁਰਦਿਆਂ ਦੇ ਸੰਸਾਰ ਦੇ ਵਿੱਚ ਪਹੁੰਚ ਗਿਆ ਸੀ, ਮੈਂ ਮੌਤ ਦੇ ਜਾਲ ਦੇ ਵਿੱਚ ਫਸ ਚੁੱਕਾ ਸੀ। ਮੈਂ ਆਪਣੀ ਵਿਪਤਾ ਦੇ ਸਮੇਂ ਪ੍ਰਭੂ ਨੂੰ ਪੁਕਾਰਿਆ, ਮੈਂ ਆਪਣੇ ਪਰਮੇਸ਼ਵਰ ਦੇ ਅੱਗੇ ਦੁਹਾਈ ਦਿੱਤੀ ਅਤੇ ਉਸਨੇ ਆਪਣੇ ਮੰਦਰ ਦੇ ਵਿੱਚੋਂ ਮੇਰੀ ਆਵਾਜ਼ ਨੂੰ ਸੁਣਿਆ ਔਰ ਮੇਰੀ ਪੁਕਾਰ ਉਸ ਦੀਆਂ ਕੰਨਾਂ ਤੱਕ ਪਹੁੰਚੀ। ਔਰ ਫਿਰ ਪ੍ਰਭੂ ਨੇ ਕੀ ਕੀਤਾ, ਹੁਣ ਉਹ ਉਸ ਦੂਜੇ ਹਿੱਸੇ ਨੂੰ ਖੋਲਦਾ ਪਿਆ। ਸੋ ਇਟ ਇਜ਼ ਅ ਓਵਰਲੈਪਿੰਗ ਜ਼ਬੂਰ, ਜਿਹੜਾ ਜ਼ਬੂਰ ਹੈ ਨਾ ਇਹ ਓਵਰਲੈਪਿੰਗ ਆ। ਸੋ ਪਹਿਲੀਆਂ ਜਿਹੜੀਆਂ ਚੀਜ਼ਾਂ ਉਸਨੇ ਕਹੀਆਂ ਉਸਦੇ ਹਿੱਸੇ ਵੰਡੇ, ਹੁਣ ਉਹਨਾਂ ਹਿੱਸਿਆਂ ਨੂੰ ਲੈ ਕੇ ਅੱਗੇ ਉਹ ਖੋਲਦਾ ਪਿਆ, ਔਰ ਜਿਸਲੇ ਉਹ ਉਹਨਾਂ ਨੂੰ ਖੋਲਦਾ ਪਿਆ ਤਾਂ ਉਹ ਇਹ ਦੱਸਦਾ ਪਿਆ ਕਿ ਪ੍ਰਭੂ ਨੇ ਮੇਰੇ ਲਈ ਕੀ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਉਸਨੇ ਉਹ ਹੀ ਮੁੜ ਕੇ ਫੇਰ ਗਲੋਰੀਫਿਕੇਸ਼ਨ ਤੋਂ ਮਹਿਮਾ ਤੋਂ ਸ਼ੁਰੂ ਕੀਤਾ, ਔਰ ਮਹਿਮਾ ਦੇ ਵਿੱਚ ਉਹ ਕਹਿ ਰਿਹਾ ਕਿ ਪ੍ਰਭੂ ਹੀ ਕੇਵਲ ਸਾਡਾ ਪਰਮੇਸ਼ਰ ਹੈ, ਉਹ ਹੀ ਕੇਵਲ ਸਾਡੀ ਚਟਾਨ ਹੈ। ਸੋ ਦੈਟਸ ਇਟ, ਹੋਰ ਕੋਈ ਨਹੀਂ, ਕੋਈ ਸੱਜੇ ਨਹੀਂ, ਕੋਈ ਖੱਬੇ ਨਹੀਂ, ਕੋਈ ਅੱਗੇ ਨਹੀਂ, ਕੋਈ ਪਿੱਛੇ ਨਹੀਂ, ਕੋਈ ਉੱਪਰ ਨਹੀਂ, ਕੋਈ ਥੱਲੇ ਨਹੀਂ। He is everything। ਉਹ ਮੇਰੀ ਮੁਕਤੀ ਦੀ ਚਟਾਨ ਜਿਸ ਦੇ ਵਿੱਚ ਮੇਰੀਆਂ ਜੜ੍ਹਾਂ ਲੱਗੀਆਂ, ਇਹ ਧਰਤੀ ਦੇ ਵਿੱਚ ਮੇਰੀਆਂ ਜੜ੍ਹਾਂ ਨਹੀਂ ਲੱਗੀਆਂ, ਉਸ ਮੁਕਤੀ ਦੀ ਚਟਾਨ ਦੇ ਵਿੱਚ ਮੇਰੀਆਂ ਜੜ੍ਹਾਂ ਲੱਗੀਆਂ, ਉਹ ਮੇਰੀ ਚਟਾਨ। ਸੋ ਉਹਨੇ ਉਸ ਚਟਾਨ ਨੇ ਮੇਰੇ ਲਈ ਕੀਤਾ ਕੀ ਆ, ਮੇਰੇ ਰਾਹਾਂ ਨੂੰ ਸਿੱਧਿਆਂ ਕਰਦਾ, ਮੇਰੇ ਪੈਰਾਂ ਨੂੰ ਹਰਨੀ ਦੇ ਵਾਂਗ ਉਹ ਤਾਕਤ ਦਿੰਦਾ, ਉਚਾਈਆਂ ਤੇ ਮੈਨੂੰ ਸੁਰੱਖਿਅਤ ਰੱਖਦਾ, ਮੇਰੇ ਹੱਥਾਂ ਨੂੰ ਯੁੱਧ ਕਲਾ ਸਿਖਾਉਂਦਾ। ਤਾਂ ਬੱਕਰੀਆਂ ਭੇਡਾਂ ਚਾਰਨ ਵਾਲਾ ਬੰਦਾ ਸੀ, ਕਿਹਨੇ ਉਸਨੂੰ ਟ੍ਰੇਨਿੰਗ ਦਿੱਤੀ? ਇੱਕ ਨਿੱਕੀ ਜਿਹੀ ਬੱਟੀ ਦੇ ਨਾਲ ਉਸਨੇ ਦੈਂਤ ਨੂੰ ਮਾਰ ਦਿੱਤਾ।
ਔਰ ਉਥੋਂ ਉਹ ਪ੍ਰਭੂ ਨੇ ਕਿਹਾ ਕਿ ਤੂੰ ਆ ਕਰ, ਮੈਂ ਤੈਨੂੰ ਦੱਸੂ, ਤੂੰ ਆ ਬੱਟਾ ਚੁੱਕ ਤੇ ਬੱਟਾ ਮਾਰ। ਉਹ ਹੌਸਲਾ ਉਸ ਤੋਂ ਬਾਅਦ ਜਿਹੜਾ ਦਿੱਤਾ ਉਹ ਪ੍ਰਭੂ ਨੇ ਦਿੱਤਾ। ਜਦ ਉਸ ਦੈਂਤ ਦੀ ਨੂੰ ਬਾਲਾਂ ਤੋਂ ਫੜ ਕੇ ਉਹਦੀ ਗਰਦਨ ਉਸਨੇ ਚੱਕੀ, ਗਰਦਨ ਵੱਢ ਕੇ ਉਸਨੂੰ ਚੁੱਕਿਆ ਸੀ, ਤੇ ਉਸਦੀ ਇੰਨੀ ਭਾਰੀ ਤਲਵਾਰ ਉਹ ਘੜੀਸਦਾ ਤੁਰਿਆ ਸੀਗਾ। ਪ੍ਰਭੂ ਨੇ ਉਸਨੂੰ ਦਿੱਤਾ। ਔਰ ਇਸ ਕਰਕੇ ਕਹਿੰਦੇ ਤੂੰ ਮੇਰੇ ਹੱਥਾਂ ਨੂੰ ਯੁੱਧ ਕਲਾ ਸਿਖਾਉਣਾ ਹੈ, ਮੇਰੇ ਬਾਜੂ ਭਾਰੀ ਤੀਰ ਕਮਾਨ ਖਿੱਚ ਸਕਣ। ਔਰ ਫਿਰ ਦੇਖੋ ਉੱਥੇ ਹੀ ਆ ਗਏ, ਸਾਰੀ ਚੀਜ਼ ਜਿਹੜੀ ਦਾਊਦ ਦੀ ਹੈ ਨਾ, ਉਹ ਇੱਕੋ ਚੀਜ਼ ਦੇ ਉੱਤੇ ਆ ਕੇ ਰੁਕ ਜਾਂਦੀ ਹੈ। ਪ੍ਰਭੂ, ਹੇ ਪ੍ਰਭੂ, ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੱਤੀ ਹੈ। ਹੇ ਪ੍ਰਭੂ, ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੱਤੀ ਹੈ। ਤੂੰ ਆਪਣੇ ਸੱਜੇ ਹੱਥ ਨਾਲ ਮੈਨੂੰ ਸਹਾਰਾ ਦਿੰਦਾ ਹਾਂ। ਤੇਰੀ ਮਦਦ ਦੇ ਨਾਲ ਹੀ ਮੈਂ ਮਹਾਨ ਹੋਇਆ। ਸਾਰੀ ਕਲੀਸਿਆ, ਸਾਰਾ ਇਸਰਾਇਲ ਦੇ ਬਜ਼ੁਰਗ ਉੱਥੇ ਇਕੱਠੇ ਹੋਏ, ਉਹਨਾਂ ਦੇ ਸਾਹਮਣੇ ਦਾਊਦ ਆਪਣੇ ਪ੍ਰਭੂ ਦੀ ਵਡਿਆਈ ਕਰਦਾ। ਉਹ ਨਥਾਨ ਨੂੰ, ਜਾਂ ਜਿਹੜਾ ਨਥਾਨ ਦੀ ਜਗ੍ਹਾ ਤੇ ਐਸੇ ਨਥਾਨ ਹਾਲੇ ਜਿੰਦਾ ਆ, ਨਥਾਨ ਨੂੰ ਨਹੀਂ ਕਹਿੰਦਾ ਪਿਆ ਕਿ ਤੂੰ ਮੇਰੇ ਲਈ ਬਲੀ ਦੇ, ਤਾਂ ਕਿ ਬਜ਼ੁਰਗਾਂ ਦੇ ਵਿੱਚ ਮੇਰਾ ਮਾਣ ਬਣੇ। ਦਾਊਦ ਕਹਿੰਦਾ ਬਲੀਆਂ ਦੇ ਨਾਲ ਤੂੰ ਖੁਸ਼ ਨਹੀਂ ਹੁੰਦਾ। ਜੇ ਮੈਂ ਬਲੀਆਂ ਦੇ ਨਾਲ ਤੂੰ ਖੁਸ਼ ਹੁੰਦਾ ਤੇ ਮੈਂ ਤਾਂ ਤੇਰੇ ਮੂਹਰੇ ਬਲਦ ਚੜਾਉਂਦਾ, ਖੂਨ ਦੀਆਂ ਨਹਿਰਾਂ ਵਗਾ ਦਿੰਦਾ, ਜੇ ਤੈਨੂੰ ਜਾਨਵਰਾਂ ਦਾ ਲਹੂ ਹੀ ਇੰਨਾ ਚੰਗਾ ਹੁੰਦਾ। ਪਰ ਮੈਂ ਬਲਦਾਂ ਦੀਆਂ ਬਲੀਆਂ ਨਹੀਂ ਤੈਨੂੰ ਦਿੰਦਾ। ਮੈਂ ਤਾਂ ਆਪਣਾ ਟੁੱਟਾ ਮਨ ਲੈ ਕੇ ਆਉਣਾ, ਮੈਂ ਤਾਂ ਆਪਣੇ ਇਹ ਹੱਥ ਤੇਰੇ ਮੂਹਰੇ ਲੈ ਕੇ ਆਉਣਾ, ਔਰ ਦੱਸਦਾ ਖਾਲੀ, ਕੁਛ ਨਹੀਂ ਮੇਰੇ ਪੱਲੇ, ਤੇ ਤੂੰ ਉਸਨੂੰ ਸਵੀਕਾਰ ਕਰ ਦੋ। ਤੂੰ ਮੇਰੇ ਕੰਮ ਬੇਸ਼ੱਕ ਗੰਦੇ ਆ, ਪਰ ਮੇਰਾ ਮਨ ਨਰਮ, ਔਰ ਤੂੰ ਜਾਣਦਾ ਆ ਕਿ ਮੈਂ ਬਦਬੂਦਾਰ ਸਮੁੰਦਰ ਦੇ ਵਿੱਚ ਰਹਿਣਾ ਪਿਆ, ਜਿਹੜੀ ਪਾਪ ਨਾਲ ਭਰਿਆ ਪਿਆ, ਮੈਂ ਪਾਪ ਦੇ ਸਮੁੰਦਰ 'ਚ ਰਹਿਣਾ ਪਿਆ। ਤੈਨੂੰ ਪਤਾ ਆ, ਤੂੰ ਜਾਣਦਾ, ਤੂੰ ਮੇਰੀ ਔਕਾਤ ਨੂੰ ਜਾਣਦਾ ਹੋਇਆ ਤੂੰ ਮੈਨੂੰ ਆਪਣੇ ਕੋਲ ਆ ਲੈਣ ਦੇ, ਕਿਉਂਕਿ ਮੈਂ ਨਮਰਤਾ ਦੇ ਨਾਲ ਤੇਰੇ ਕੋਲ ਆਉਣਾ। ਸੋ ਇਸ ਕਰਕੇ ਉਹ ਕਹਿੰਦਾ ਤੇਰੀ ਮਦਦ ਦੇ ਨਾਲ ਹੀ ਮੈਂ ਮਹਾਨ ਹਾਂ, ਤੂੰ ਮੇਰੇ ਰਾਹਾਂ ਨੂੰ ਖੁੱਲਿਆ। I mean, just think about it, ਜਰਾ ਦੇਖੋ ਧਿਆਨ ਦੇ ਨਾਲ। ਤੇ ਦੋ ਮੈਪ ਮੈਂ ਤੁਹਾਨੂੰ ਦਿਖਾਉਣਾ। ਇੱਕ ਅਸੀਂ ਦੇਖਿਆ ਸੀ ਆਹਾ ਮੈਪ, ਇਹ ਸਾਊਲ ਦੇ ਸਮੇਂ, ਰਾਜਾ ਸਾਊਲ ਦੇ ਸਮੇਂ ਇਹ ਇੰਨੀਆਂ ਚੀਜ਼ਾਂ ਦੇ ਉੱਤੇ ਰਾਜ ਸੀ। ਅਰਮੇਨੀਅਨ ਹਾਲੇ ਸੀਗੇ, ਅਮੋਨੀਆ ਦਾ ਰਾਜ ਕਾਇਮ ਸੀ, ਮੁਆਬੀਆਂ ਦਾ ਰਾਜ ਕਾਇਮ ਸੀ, ਅਦੋਮੀਆਂ ਦਾ ਰਾਜ ਕਾਇਮ ਸੀ, ਅਮਾਲੇਕੀਆਂ ਦਾ ਰਾਜ ਕਾਇਮ ਸੀ, ਔਰ ਫਿਲਿਸਤੀਆਂ ਦਾ ਖਾਸ ਕਰਕੇ ਰਾਜ ਕਾਇਮ ਸੀ। ਮੈਂ ਤੁਹਾਨੂੰ ਕਿਹਾ ਸੀ, ਮੈਂ ਤੁਹਾਨੂੰ ਨਕਸ਼ਾ ਦਿਖਾਊਂਗਾ ਕਿ ਫਿਲਿਸਤੀ ਲੋਕ ਕਿੱਥੋਂ ਆਉਂਦੇ ਸੀ। ਸੋ ਅਗਰ ਤੁਸੀਂ ਦੇਖੋ, ਆਹ ਸਾਰਾ ਮੈਡੀਟਰੇਨੀਅਨ ਸਮੁੰਦਰ, ਆਹ ਸਾਰਾ ਸਮੁੰਦਰ, ਸੋ ਇਸੇ ਸਮੁੰਦਰ ਦੇ ਕੰਢੇ ਅਸੀਂ ਦੇਖਦੇ ਪਏ ਹਾਂ ਕਿ ਆਹ ਸਪੇਨ ਆ, ਫਰਾਂਸ ਆ, ਇਟਲੀ ਆ, ਫਿਰ ਉਸ ਤੋਂ ਬਾਅਦ ਨਿੱਕੇ ਨਿੱਕੇ ਕੰਟਰੀ ਆਉਂਦੇ ਆ, ਗ੍ਰੀਸ, ਅਲਬੇਨੀਆ, ਮੌਂਟੀਨੀਗਰੋ, ਬਾਜ਼ਨੀਆ, ਕ੍ਰੋਏਸ਼ੀਆ, ਸਲੋਵੀਆ, ਇਹ ਸਾਰੇ ਇੱਥੇ ਆਉਂਦੇ ਆ। they are all part of Mediterranean Sea। ਔਰ ਜਿਸ ਲਈ ਅਸੀਂ ਇੱਥੋਂ ਤੁਰੇ ਆਉਂਦੇ ਹਾਂ ਤੇ ਇਹ ਹੈ। ਫਿਰ ਉਸ ਤੋਂ ਬਾਅਦ ਜਿਹੜੇ ਮੁਸਲਮਾਨ ਕੰਟਰੀ ਸ਼ੁਰੂ ਹੋ ਜਾਂਦੇ, ਆ ਟਰਕੀ, ਆ ਸੀਰੀਆ, ਆ ਛੋਟਾ ਜਿਹਾ ਕੰਟਰੀ ਆ ਲਬਨਾਨ ਆ, ਤੇ ਆ ਛੋਟਾ ਜਿਹਾ ਜਿਹੜਾ ਕੰਟਰੀ ਇੱਥੇ ਇਸਰਾਇਲ। ਇੱਥੋਂ ਗਾਂ ਇਜਿਪਟ, ਲੀਬੀਆ ਆ, ਟਿਊਨੀਜ਼ੀਆ ਆ, ਅਲਜੀਰੀਆ ਆ, ਮੋਰਾਕੋ। ਦੇਖੋ ਕਿੱਦਾਂ ਕਨੈਕਟਡ ਆ ਸਾਰੇ। ਇਸ ਕਰਕੇ ਜਿਹੜੇ ਮੋਸਟਲੀ ਆ ਕੇ ਇਜ਼ਰਾਈਲ ਤੇ ਜਿਹੜੇ ਹਮਲੇ ਕਰਦੇ ਸੀਗੇ, ਉਹ ਇੱਥੋਂ ਇਟਲੀ, ਸਪੇਨ ਔਰ ਗ੍ਰੀਸ ਤੇ ਔਰ ਅਲਬੇਨੀਆ, ਆ ਜਿਹੜੇ ਸਾਰੇ ਲੋਕ ਸੀਗੇ,
ਇਹਨਾਂ ਨੂੰ ਫਿਲਿਸਤਾ ਕਿਹਾ ਜਾਂਦਾ ਸੀ। ਇਹ ਫਿਲਿਸਤਾ ਦੇ ਲੋਕ ਸੀ ਜਿਹੜੇ ਆ ਕੇ ਇਹਨਾਂ ਦੇ ਉੱਤੇ ਹਮਲਾ ਕਰਦੇ ਸੀ, ਜਹਾਜ਼ਾਂ ਦੇ ਰਾਹੀਂ ਇਹ ਆਉਂਦੇ ਸੀ ਔਰ ਇਹ ਹਮਲੇ ਕਰਦੇ ਸੀ। ਸੋ ਜਿਸ ਲਈ ਅਸੀਂ ਪੜ੍ਹਦੇ ਹਾਂ, ਇੱਕ ਵਾਰ ਫਿਰ ਇੱਕ ਦੈਂਤ ਨੇ ਹਮਲਾ ਕੀਤਾ, ਫਿਰ ਉਹ ਜਨਰਲ ਹੁੰਦਾ ਸੀਗਾ, ਉਹ ਮਾਰੇ ਜਾਂਦੇ ਸੀਗੇ, ਫਿਰ ਉਸ ਤੋਂ ਬਾਅਦ ਉਹ ਹੋਰ ਫੌਜ ਘੱਲਦੇ ਸੀ, ਫਿਰ ਹੋਰ ਫੌਜ ਘੱਲਦੇ ਸੀ। ਆਖਰ ਉਹਨਾਂ ਨੇ ਦੇਖ ਲਿਆ ਕਿ ਅਸੀਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਲੇਕਿਨ ਜਿੱਥੋਂ ਰਾਜਾ ਦਾਊਦ ਨੂੰ ਜਿਹੜਾ ਰਾਜ ਮਿਲਿਆ ਸੀਗਾ, ਜਿਸ ਲਈ ਅਸੀਂ ਉਸ ਨੂੰ ਦੇਖਦੇ ਹਾਂ, ਤੇ ਉਹ ਐਡਾ ਵੱਡਾ ਰਾਜ ਨਹੀਂ ਸੀ, ਉਹ ਆਹ ਸੀ, ਬਹੁਤ ਸਾਰਾ ਹਿੱਸਾ ਹਾਲੇ ਜਿਹੜਾ ਸੀ ਜਿਸ ਦੇ ਉੱਤੇ ਕਬਜ਼ਾ ਨਹੀਂ ਕੀਤਾ ਗਿਆ। ਜਿਹੜਾ ਦਾਊਦ ਦਾ ਜਿਹੜਾ ਰਾਜ ਸੀ, ਉਹ ਅਸੀਂ ਦੇਖਦੇ ਕਿ ਉਹ ਸਾਰੇ ਜਿਹੜੇ ਇਲਾਕੇ ਆ ਉਸਦੇ ਰਾਜ ਦੇ, ਈਵਨ ਸਮੁੰਦਰ ਦੇ ਬਹੁਤ ਸਾਰੇ ਹਿੱਸਿਆਂ ਦੇ ਉੱਤੇ ਹੁਣ ਉਸਦਾ ਕਬਜ਼ਾ ਆ। ਇਹ ਸਾਰਾ ਉਸਦਾ ਕਬਜ਼ਾ ਹੈ। ਪ੍ਰਭੂ ਨੇ ਉਸਨੇ ਇਸ ਕਰਕੇ ਉਹ ਕਹਿੰਦਾ ਪਿਆ ਕਿ ਪ੍ਰਭੂ ਤੂੰ ਮੈਨੂੰ ਮਹਾਨ ਕੀਤਾ, ਮੈਂ ਕੌਣ ਸੀ, ਮੈਂ ਤਾਂ ਭੇਡਾਂ ਚਾਰਨ ਵਾਲਾ ਸੀ, ਤੂੰ ਮੈਨੂੰ ਮਹਾਨ ਕੀਤਾ, ਤੂੰ ਮੇਰੇ ਤੇ ਕਿਰਪਾ ਕੀਤੀ, ਤੂੰ ਮੈਨੂੰ ਇੱਥੇ ਤੱਕ ਪਹੁੰਚਾਇਆ। ਸੋ ਇਸ ਕਰਕੇ ਉਹ ਪ੍ਰਭੂ ਨੂੰ ਬਰਕਤ ਦਿੰਦਾ ਪਿਆ ਔਰ ਕਹਿੰਦਾ ਪਿਆ ਕਿ ਤੂੰ ਮੇਰੇ ਵੈਰੀਆਂ ਨੂੰ ਮੇਰੇ ਸਾਹਮਣੇ ਨੀਵਾਂ ਕਰ ਦਿੱਤਾ। ਪ੍ਰਭੂ ਦੀ ਸ਼ੁਕਰਗੁਜ਼ਾਰੀ ਕਰਦਾ, ਪ੍ਰਭੂ ਦਾ ਸ਼ੁਕਰ ਕਰਦੇ ਹਾਂ। ਮੰਡੇ ਨੂੰ ਆਪਾਂ ਅਗਲਾ ਹਿੱਸਾ ਦੇਖਾਂਗੇ ਔਰ 23ਵੀਂ ਜ਼ਬੂਰ ਦੇ ਵਿੱਚ ਵੀ ਹਾਲੇ ਥੋੜੀ ਜਿਹੀ ਹੋਰ ਜਿੱਦਾਂ ਕਿ ਇੱਕ ਜ਼ਬੂਰ ਛੋਟਾ ਜਿਹਾ 23ਵੇਂ ਭਾਵ ਦੇ ਵਿੱਚ ਵੀ ਆ, ਅਸੀਂ ਉਸ ਨੂੰ ਮੰਡੇ ਨੂੰ ਦੇਖਾਂਗੇ ਔਰ ਆਪਣੇ ਪ੍ਰਭੂ ਦੀ ਵਡਿਆਈ ਕਰਾਂਗੇ। ਲੈਟ ਅਸ ਪ੍ਰੇ। ਆਓ, ਮੈਂ ਜਗਤਾਰ ਦੇ ਲਈ ਮੈਂ ਦੁਆ ਕਰਨੀ ਮੰਗਦਾ। ਪਰਿਵਾਰ ਤੇ ਥੋੜਾ ਜਿਹਾ ਭਾਰਾ ਟਾਈਮ ਆ, ਕੱਲ ਨੂੰ ਭੈਣ ਦੇ ਇੱਕ ਪ੍ਰੋਸੀਜਰ ਦੇ ਲਈ ਵੀ ਜਾਣਾ। ਸੋ ਇਸ ਵੇਲੇ ਆਓ ਅਸੀਂ ਦੁਆ ਕਰੀਏ। ਪਿਆਰੇ ਪ੍ਰਭੂ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਮੈਂ ਤੇਰਾ ਸ਼ੁਕਰ ਕਰਦਾ ਕਿ ਇਹ ਜ਼ਬੂਰ ਵੀ ਜਿਹੜਾ ਅਸੀਂ ਪੜ੍ਹਦੇ ਪਏ ਹਾਂ ਖੁਦਾਵੰਦ, ਇਸ ਦੇ ਵਿੱਚ ਵੀ ਇਹੋ ਹੀ ਲਿਖਿਆ ਕਿ ਜਦ ਮੈਨੂੰ ਹਰ ਚੀਜ਼, ਹਰੇਕ ਬੁਰਾਈ ਨੇ ਚਾਰ ਚਫੇਰਿਓਂ ਘੇਰ ਲਿਆ ਸੀ ਤਾਂ ਮੈਂ ਤੇਰੇ ਸਾਹਮਣੇ ਆਇਆ। ਮੈਂ ਆਪਣੇ ਆਪ ਨੂੰ ਤੇਰੇ ਸਾਹਮਣੇ ਲੈ ਕੇ ਮੈਂ ਆਪਣੇ ਹੱਥ ਤੇਰੇ ਮੂਹਰੇ ਚੁੱਕੇ। ਸੋ ਪ੍ਰਭੂ ਜੀ, ਅਸੀਂ ਸਾਰੇ ਰਲ ਕੇ ਇਸ ਵੇਲੇ ਆਪਣੇ ਭਰਾ ਦੇ ਖਾਨਦਾਨ ਦੇ ਲਈ ਆਪਣੇ ਹੱਥ ਤੇਰੇ ਮੂਹਰੇ ਚੁੱਕਦੇ ਹਾਂ ਖੁਦਾਵੰਦ। ਸਾਡਿਆਂ ਕਰਮਾਂ ਦੇ ਕਰਕੇ ਨਹੀਂ, ਸਾਡਿਆਂ ਸ਼ਬਦਾਂ ਦੇ ਕਰਕੇ ਨਹੀਂ, ਸਾਡੀ ਨਮਰਤਾ ਦੇ ਕਰਕੇ ਨਹੀਂ, ਪਰ ਪ੍ਰਭੂ ਜੀ ਆਪਣੀ ਵਡਿਆਈ ਦੇ ਕਰਕੇ ਸਾਡੇ ਭਰਾ ਨੂੰ ਬਰਕਤ ਦੇ, ਭੈਣ ਦੀ ਕੱਲ ਨੂੰ ਮਦਦ ਕਰਨਾ। ਔਰ ਖੁਦਾਵੰਦ, ਜਿਸ ਪ੍ਰੋਸੀਜਰ ਦੇ ਲਈ ਇਸ ਦੇ ਦਿਲ ਦੇ ਵਿੱਚ ਡਰ ਆ ਪ੍ਰਭੂ ਜੀ, ਉਸ ਡਰ ਨੂੰ ਤੂੰ ਪ੍ਰਭੂ ਜੀ ਇਸ ਵੇਲੇ ਸ਼ਾਂਤੀ ਦੇ ਵਿੱਚ ਬਦਲ ਦੇ। ਮਾਨਵ ਦੇ ਨਾਲ ਬਣਿਆ ਰਹਿ, ਮੇਰਾ ਭਰਾ ਕੰਮ ਤੇ ਤੂੰ ਉਸ ਦੇ ਨਾਲ ਬਣਿਆ। ਇਸ ਸਾਰੇ ਸਮੇਂ ਨੂੰ ਪ੍ਰਭੂ ਜੀ ਮੈਂ ਤੇਰਿਆਂ ਹੱਥਾਂ 'ਚ ਦਿੰਦਾ ਔਰ ਇਸ ਘਰ ਦੇ ਲਈ ਸ਼ਾਂਤੀ, ਰਹਿਮ, ਦਇਆ ਮੰਗਦਾ। ਸਾਡੇ ਸਭ ਦੇ ਨਾਲ ਵੀ ਤੂੰ ਪ੍ਰਭੂ ਜੀ ਬਣਿਆ ਰਹੇ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰੀ ਨਜ਼ਦੀਕੀ ਸਾਡੇ ਸਭ ਦੇ ਨਾਲ ਬਣੀ ਰਹੇ। ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖਣਾ ਔਰ ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖਣਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ, ਆਮੀਨ। ਬਲੈਸ ਯੂ ਆਲ। ਅਸੀਂ ਸੰਡੇ ਨੂੰ ਮਿਲਾਂਗੇ ਔਰ ਸੰਡੇ ਨੂੰ ਆਪਣੀ ਵਰਸ਼ਿਪ ਸਰਵਿਸ ਸਾਡੀ ਹੋਏਗੀ। ਸਭ ਸੰਡੇ ਨੂੰ ਪ੍ਰਭੂ ਦਾ ਵਚਨ ਸੁਣਾਂਗੇ। ਔਰ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰੂੰਗਾ, ਜਿੱਥੇ ਵੀ ਤੁਸੀਂ ਬੈਠੇ ਆ, ਆਪਣੇ ਸੰਡੇ ਨੂੰ ਆਪਣੇ ਚਰਚ ਦੇ ਵਿੱਚ ਜਾਇਓ। ਇਹ ਸਭ ਤੋਂ ਪਹਿਲਾ ਤਿਉਹਾਰ ਆ ਜਿਹੜਾ ਅਸੀਂ ਸਾਲ ਦੇ ਵਿੱਚ 52 ਵਾਰੀ ਮਨਾਉਂਦੇ। ਇਹ ਇੱਕ ਤਿਉਹਾਰ ਆ ਪਰ 52 ਵਾਰੀ ਮਨਾਉਂਦੇ, ਕਿਉਂਕਿ ਪ੍ਰਭੂ ਨੇ 7ਵੇਂ ਦਿਨ, 6 ਦਿਨ 'ਚ ਤਾਂ ਸਭ ਕੁਝ ਬਣਾ ਕੇ 7ਵੇਂ ਦਿਨ ਉਸਨੇ ਤਿਉਹਾਰ ਮਨਾਇਆ ਸੀ ਆਦਮ ਦੇ ਨਾਲ। ਸੋ ਪ੍ਰਭੂ ਤੁਹਾਨੂੰ ਸਭ ਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣੀ ਰਹੇ। ਔਰ ਇਸ ਤਿਉਹਾਰ ਜਿਹੜਾ ਅਸੀਂ ਮਨਾਉਂਦੇ ਹਾਂ, ਸਬਤ ਦਾ ਤਿਉਹਾਰ, ਇਸ ਦੇ ਵਿੱਚ ਪ੍ਰਭੂ ਦੀ ਹਜ਼ੂਰੀ ਤੁਹਾਨੂੰ ਸਭ ਨੂੰ ਪ੍ਰਾਪਤ ਹੋ। ਬਲੈਸ ਯੂ।